संयुक्त मोर्चे वालों अज इस अंदोलन में शामिल हुए हैं। बेशक ये जिहड़ी शुरुआत है दुआबे दीयां किसान जथेबंदियां ने की है, पर क्योंकि उन्होंने संयुक्त मोर्चे नूं अज पहुँच की सी ते संयुक्त मोर्चा पंजाब इहदे विच शमूलियत कर चुका है। असीं इस पंजाब सरकार नूं वार्निंग देना चाहुंदे हां कि ये इकल्ले दुआबे की लड़ाई नहीं, ये मुकम्मल किसानी की लड़ाई है और ये बकाए जब तक तुसीं नहीं दोगे तद तक ये लड़ाई तो असीं पिछे नहीं हटांगे। जल्दी तो जल्दी बकाए पाए जाण और तुहाडे प्रैस वालियां दा सबना वीरां दा बहुत धन्नवाद। तुसीं सानूं साडी इस मंग नूं हाईलाइट करोगे, तुहाडा सारिਆਂ दा बहुत बहुत धन्नवाद। 16 तारीख ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਪੱਤਰ ਦੇਣੇ ਨੇ, ਉਹਦੇ 'ਚ ਅਸੀਂ ਇਹ ਗੰਨੇ ਦੇ ਬਕਾਏ ਵਾਲਾ ਮਾਮਲਾ ਵੀ ਤੇ ਲੰਪੀ ਸਕਿਨ ਵਾਲਾ ਵੀ ਇਹ ਮੰਗਾਂ ਨਾਲ ਜੋੜ ਰਹੇ ਹਾਂ। ਲਖੀਮਪੁਰ ਖੀਰੀ ਤੋਂ ਵਾਪਸ ਆ ਕੇ ਜੇ ਸਰਕਾਰ ਨੇ 25 ਦਾ ਤਾਂ ਫਗਵਾੜੇ ਦੇ ਮਾਮਲੇ ਤੇ ਪ੍ਰਾਈਵੇਟ ਮਿੱਲਾਂ ਦੇ ਮਾਮਲੇ ਤੇ ਐਲਾਨ ਕੀਤਾ, ਜੇ ਸਰਕਾਰ ਨੇ ਲੰਪੀ ਸਕਿਨ ਵਾਲੇ ਮਾਮਲੇ ਤੇ ਸੀਰੀਅਸਲੀ ਅਮਲ ਨਾ ਕੀਤਾ ਤਾਂ ਲਖੀਮਪੁਰ ਖੀਰੀ ਤੋਂ ਆ ਕੇ ਵੱਡੇ ਸੰਘਰਸ਼ ਦਾ ਜਿਹੜਾ ਐਲਾਨ ਹੈ ਜਿਹੜਾ ਉਹ ਕੀਤਾ ਜਾਵੇ। ਦੱਸਣਾ ਚਾਹੁੰਦੇ ਜਿਹੜਾ ਆਮ ਲੋਕਾਂ ਨੂੰ ਪਤਾ ਨਹੀਂਗਾ, ਦੁਨੀਆ ਦੇ ਵਿੱਚ ਸਭ ਤੋਂ ਜਿਹੜੀ ਫਾਇਦੇਮੰਦ ਫਸਲ ਆ ਕਿਸਾਨਾਂ ਲਈ ਵੀ ਆ ਤੇ ਸਰਕਾਰ ਲਈ ਵੀ ਆ। ਪਿਛਲੇ ਸਮੇਂ ਵਿੱਚ ਸੈਂਕੜੇ ਕਰੋੜਾਂ ਰੁਪਏ ਦਾ ਸੈਸ ਲੈ ਗਈ ਆ ਕੇਂਦਰ ਸਰਕਾਰ। ਸ਼ੂਗਰ ਕੇਨ ਸੈਸ ਲੱਗਦਾ 1 ਕੁਇੰਟਲ ਪਿੱਛੇ। ਅਸੀਂ ਕਹਿੰਦੇ ਆ ਵੀ ਇਹਦੇ ਵਿੱਚੋਂ 10 ਕਿਲੋ ਖੰਡ ਨਿਕਲਦੀ ਆ, ਇਹਦੇ ਚੋਂ ਹੋਰ ਚੀਜ਼ਾਂ ਨਿਕਲਦੀਆਂ, ਬਿਜਲੀ ਹੋਰ ਵਗੈਰਾ ਜਿਹੜੇ ਆ ਜਿਹੜੀ ਆ ਇਹਦੇ 'ਚ ਕਰਕੇ ਇਹ ਗੰਨੇ ਦੀ ਫਸਲ ਦੁਨੀਆ ਦੇ ਵਿੱਚ ਪਹਿਲੀ ਫਸਲ ਹੈ ਜਿਹੜੀ ਵਾਤਾਵਰਣ ਵੀ ਆ, ਜਿਹੜੀ ਨਾਈਟ੍ਰੋਜਨ ਆਪਣੀ ਆਕਸੀਜਨ ਬਹੁਤ ਦਿੰਦੀ ਆ। ਇਸ ਕਰਕੇ ਇਹਦੇ ਜਿਹੜੇ ਆ ਉਹ ਦਿੱਤੇ ਜਾਣ। ਨਾਲ ਹੀ ਮੈਂ ਕਹਿਣਾ ਇਸ ਫਸਲ ਦੀ ਨੂੰ ਦੱਸਣ ਵਾਲੇ ਜਿਹੜੇ ਥੱਲੇ ਐਗਰੀਕਲਚਰ ਟੈਕਨੋਕ੍ਰੈਟ ਆ, 19 ਦਿਨ ਹੋ ਗਏ ਭੁੱਖੜ ਤਾਂ ਉੱਥੇ ਬੈਠੇ ਆ ਚੰਡੀਗੜ੍ਹ। 19 ਦਿਨ ਅੱਧੇ ਤੋਂ ਵੱਧ ਪੋਸਟਾਂ ਖਾਲੀ ਐਗਰੀਕਲਚਰ ਡਿਪਾਰਟਮੈਂਟ ਜਿਤਨਾ ਇਸ ਤਰ੍ਹਾਂ ਮੇਰੇ ਸਾਥੀ ਨੇ ਦੱਸੀ ਆ 60% ਵੈਟਰਨਰੀ ਅਫਸਰਾਂ ਦੀਆਂ ਪੋਸਟਾਂ ਖਾਲੀ ਆ। ਸੋ ਇਸ ਕਰਕੇ ਇਹ ਮਸਲੇ ਹੱਲ ਕੀਤੇ ਜਾਣ, ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਸ਼ਾਮਲ 31 ਕਿਸਾਨ ਜਥੇਬੰਦੀਆਂ ਪੰਜਾਬ ਦੀ ਸਰਕਾਰ ਦੇ ਵਿਰੁੱਧ ਵੱਡਾ ਮੋਰਚਾ ਲਾਉਣਗੇ। ਤੁਹਾਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਗੱਲ ਕਿ ਖੇਤੀਬਾੜੀ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਪ੍ਰਾਈਵੇਟ ਮਿੱਲਾਂ ਨੂੰ ਚੇਤਾਵਨੀ ਦੇਊਗੀ ਸਰਕਾਰ, ਜੇ ਉਹ ਨਹੀਂ ਪੇਮੈਂਟ ਕਰਨਗੀਆਂ ਤਾਂ ਸਰਕਾਰ ਉਹਨਾਂ ਨੂੰ ਆਪਣੇ ਕੰਟਰੋਲ 'ਚ ਲਊਗੀ। ਅਸੀਂ ਉਦੋਂ ਵੀ ਕਿਹਾ ਸੀਗਾ ਕਿ ਖੇਤੀਬਾੜੀ ਮੰਤਰੀ ਦੇ ਇਸ ਐਲਾਨ ਨੂੰ ਅਮਲ 'ਚ ਜਾਮਾ ਪਹਿਨਾਉਣ ਲਈ ਦੇਵਾਂਗੇ ਵਕਤ, ਪਰ ਲੱਗਦਾ ਕਿ ਪਹਿਲਾ ਟੈਸਟ ਹੈ ਜਿਹੜਾ ਉਹ ਫਗਵਾੜੇ ਮਿੱਲ ਦੇ ਮਾਮਲੇ ਤੇ ਹੋਣਾ। ਔਰ ਦੇਖਦੇ ਹਾਂ ਕਿ ਸਰਕਾਰ ਬੂਟਾ ਸਿੰਘ ਜੀ ਨੇ 25 ਕਿਹਾ, 25 ਦੇ ਇਕੱਠ ਤੱਕ ਅਸੀਂ ਦੇਖਾਂਗੇ, ਮੋਰਚਾ ਚੱਲੂਗਾ। 25 ਨੂੰ ਵੱਡਾ ਇਕੱਠ ਹੋਊਗਾ। ਲਖੀਮਪੁਰ ਖੀਰੀ ਵੀ ਪੰਜਾਬ 'ਚੋਂ ਜਥੇ ਜਾਣਗੇ। ਨਾਲੋਂ ਨਾਲ ਅੱਜ ਅਸੀਂ ਜਿਹੜੀ ਇਹ ਲੰਪੀ ਸਕਿਨ ਡਿਜ਼ੀਜ਼ ਹੈ, ਜਿਹੜੀ ਦੁਧਾਰੂ ਪਸ਼ੂਆਂ ਨੂੰ ਜਿਹੜਾ ਚਮੜੀ ਦਾ ਰੋਗ ਹੋਇਆ, ਇਸ ਮਾਮਲੇ 'ਚ ਜੋ ਹਾਲਾਤ ਬਣ ਰਹੇ ਨੇ, ਇੱਕ ਕਿਸਮ ਨਾਲ ਇਹ ਮਹਾਮਾਰੀ ਹੈ ਪਸ਼ੂਆਂ ਦੇ ਵਿੱਚ। ਔਰ ਸਰਕਾਰ ਬਹੁਤ ਲੇਟ ਜਾਗੀ ਹੈ ਇਸ ਮਾਮਲੇ ਤੇ। ਹਾਲੇ ਵੀ ਐਲਾਨ ਨੇ। ਇੱਕ ਤਾਂ ਅਸੀਂ ਅੱਜ ਇਹ ਮੰਗ ਕਰਦੇ ਹਾਂ ਕਿ ਬਹੁਤ ਸਾਰਾ ਜਿਹੜਾ ਡੰਗਰ ਆ ਉਹ ਮਰ ਚੁੱਕਾ ਆ ਔਰ ਸਰਕਾਰ ਨੇ ਇਸ ਦੀ ਕੋਈ ਲਿਸਟ ਨਹੀਂ ਬਣਾਈ। ਹਰ ਕਿਸਾਨ ਦਾ ਜਿਹਦਾ ਕੋਈ ਪਸ਼ੂ ਬਲੈਤੀ ਗਾਂ ਜਿਹੜੀ ਗਾਂ ਮਰੀ ਆ, ਉਸ ਦਾ ਉਹਨੂੰ 1 ਲੱਖ ਰੁਪਈਆ ਮੁਆਵਜ਼ਾ ਸਰਕਾਰ ਆ ਜਿਹੜਾ ਉਹ ਦੇਵੇ। ਨਾਲੋਂ ਨਾਲ ਇਨ੍ਹਾਂ ਮਰੇ ਹੋਏ ਪਸ਼ੂਆਂ ਨੂੰ ਦੱਬਣ ਲਈ ਸਰਕਾਰ ਠੋਸ ਪ੍ਰਬੰਧ ਹੈ ਜਿਹੜੇ ਉਹ ਕਰੇ। ਹਾਲੇ ਤੱਕ ਸਿਰਫ ਐਲਾਨ ਹੈ, ਥੱਲੇ ਹੈ ਨਹੀਂ। ਇਹ ਮਹਾਮਾਰੀ ਇਨਸਾਨਾਂ ਤੱਕ ਵੀ, ਮਨੁੱਖਾਂ ਤੱਕ ਵੀ ਆ ਸਕਦੀ ਹੈ। ਇਹਦੇ ਲੱਛਣ ਕੁਛ ਨਾ ਕੁਛ ਥਾਵਾਂ ਤੋਂ ਪ੍ਰਗਟ ਹੋਣੇ ਸ਼ੁਰੂ ਹੋ ਗਏ। ਇਸ ਕਰਕੇ ਸਰਕਾਰ ਉਹਨਾਂ ਨੂੰ ਧਰਤੀ ਹੇਠ ਦੱਬਣ ਦਾ ਠੋਸ ਪ੍ਰਬੰਧ ਕਰੇ। ਉਸ ਗੱਲ ਲਈ ਉਹ ਆਪਣਾ ਸਾਰਾ ਅਮਲਾ ਫੈਲਾ ਲਾਵੇ ਇਸ ਨੂੰ ਮਹਾਮਾਰੀ ਡਿਕਲੇਅਰ ਕਰਕੇ। ਤੀਸਰੀ ਗੱਲ ਅਸੀਂ ਇਹਦੇ 'ਚ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਮਾਮਲੇ 'ਚ ਵੈਟਰਨਰੀ ਜਿਹੜੀ ਸਾਰੀ ਸਿਹਤ ਪ੍ਰਣਾਲੀ ਉਹਦਾ ਪੱਠਾ ਬੈਠਿਆ ਹੋਇਆ, ਇਹਦੇ 'ਚ ਪੂਰੀ ਭਰਤੀ ਕਰਕੇ, ਛੇਤੀ ਤੋਂ ਛੇਤੀ ਭਰਤੀ ਕਰਕੇ ਇਲਾਜ ਦਾ ਠੋਸ ਪ੍ਰਬੰਧ ਕੀਤਾ ਜਾਵੇ। ਫ੍ਰੀ ਇਲਾਜ ਮੁਫਤ ਹੋਵੇ। ਕਿਸਾਨ ਪਹਿਲਾਂ ਕਣਕ ਦੇ ਝਾੜ ਨਾਲ ਝੰਬੇ ਹੋਏ ਨੇ, ਹੁਣ ਇਹ ਪਸ਼ੂਆਂ ਦੇ ਜਿਹੜੇ ਮਰਨ ਨਾਲ ਉਹ ਝੰਬੇ ਗਏ ਨੇ ਬਹੁਤ ਬੁਰੀ ਤਰ੍ਹਾਂ। ਇਹ ਖੁਦਕੁਸ਼ੀਆਂ ਦੀ ਨਵੀਂ ਫਸਲ ਪੈਦਾ ਕਰੂਗਾ ਪੰਜਾਬ ਦੇ ਵਿੱਚ। ਇਸ ਕਰਕੇ ਸਰਕਾਰ ਨੂੰ ਫੌਰੀ ਮੁਆਵਜ਼ਾ ਔਰ ਪਸ਼ੂਆਂ ਦੇ ਫ੍ਰੀ ਇਲਾਜ ਦਾ ਤੇ ਨਾਲੋਂ ਨਾਲ ਉਹਨਾਂ ਨੂੰ ਦੱਬਣ ਦਾ ਜਿਹੜਾ ਉਹ ਪ੍ਰਬੰਧ ਹੈ ਉਹ ਕਰਨਾ ਚਾਹੀਦਾ। ਅੱਜ ਨਾਲਾ 16 ਐਗਰੀ ਸੀਗੇ ਸਰਕਾਰ ਨਾਲ ਮੀਟਿੰਗ ਕਰਕੇ, ਜਦੋਂ ਸਰਕਾਰ ਨੇ ਇਹ ਮੰਨ ਲਿਆ ਸੀ ਕਿ ਅਸੀਂ ਜਿਹੜਾ ਉੱਥੇ ਦਾ ਫਤਿਆਬਾਦ ਵਾਲਾ ਜਿਹੜਾ 24 ਕਰੋੜ ਰੁਪਈਆ ਹੈ
ਉਹ ਜ਼ਮੀਨ ਦੀ ਰਜਿਸਟਰੀ ਕਰਕੇ ਉਹ ਤੁਹਾਡੇ ਖਾਤਿਆਂ 'ਚ ਆ ਜਾਏਗਾ। ਅਸੀਂ ਤਾਂ ਚੁੱਪ ਕਰਕੇ ਬਹਿ ਗਏ ਸੀ, ਅਸੀਂ ਕਹੇ ਧਰਨਾ ਲਾਉਣਾ ਹੀ ਨਹੀਂ, ਪਰ ਸਰਕਾਰ ਨੇ ਉਹਦੇ ਅਗੇਂਸਟ ਇੱਕ ਚਿੱਠੀ ਕੱਢਤੀ। ਜਦੋਂ ਉਸਦੇ ਅਗੇਂਸਟ ਚਿੱਠੀ ਕੱਢੀ ਹੈ ਫਿਰ ਮਜਬੂਰਨ ਸਾਨੂੰ ਇਹ ਸਾਰਾ ਕੁਝ ਉਲੀਕਣਾ ਪਿਆ ਧਰਨਾ। ਸੋ ਇਹ ਮੈਂ ਸਮਝਦਾ ਸਰਕਾਰ ਦੀ ਨਲਾਇਕੀ ਕਾਰਨ ਧਰਨਾ ਲੱਗਾ ਹੋਇਆ, ਇਹ ਕਿਸਾਨਾਂ ਨੇ ਲਾਇਆ, ਸਰਕਾਰ ਨੇ ਲਵਾਇਆ ਹੋਇਆ। ਸਾਹਿਬ ਅੱਜ ਆ ਜੂਗੇ ਖੇਤੀਬਾੜੀ ਮੰਤਰੀ, ਕੱਲ ਵੀ ਮੀਟਿੰਗ ਦਾ ਨਾ ਹੁਣ ਸਾਨੂੰ ਕੋਈ ਜ਼ਰੂਰੀ ਨਹੀਂ, ਅਸੀਂ ਕੋਈ ਪੁੰਜੇ ਨਹੀਂ ਡਿੱਗੇ ਹੋਏ। ਜੇ ਸਰਕਾਰ ਚਾਹੁੰਦੀ ਹੈ ਸਾਡੇ ਨਾਲ ਗੱਲ ਕਰਨੀ ਤਾਂ ਸਰਕਾਰ ਆ ਜਾਵੇ, ਅਸੀਂ ਨਹੀਂ ਸਰਕਾਰ ਨੂੰ ਸਾਦੇ ਭਈ ਆਓ ਸਾਡੇ ਕੋਲ। ਸਰਕਾਰ ਸਾਡਾ ਮਸਲਾ ਹੱਲ ਕਰੇ, ਉੱਥੋਂ ਬੈਠਿਆਂ ਕਰ ਦੇਣ। ਸਾਡੇ ਆ ਫੋਨ ਤੇ ਘੰਟੀ ਵੱਜਣੀ ਜਦੋਂ ਬੈਂਕਾਂ 'ਚ ਪੈਸੇ ਆਉਣੇ ਆ, ਸਾਨੂੰ ਮੈਸੇਜ ਆ ਜਾਵੇ ਸਾਡੇ ਪੈਸੇ ਆ ਗਏ, ਅਸੀਂ ਸਰਕਾਰ ਤੋਂ ਬੜੇਵੇਂ ਨਹੀਂ ਲੈਣੇ, ਸਾਨੂੰ ਕੋਈ ਲੋੜ ਨਹੀਂ। ਸੁਖਵੀਰ ਸਿੰਘ ਸੰਦਰ ਉਹਨਾਂ ਨੇ ਵੀ ਕਿਹਾ ਜੀ ਕਿ ਉਹਨਾਂ ਨਾਲ ਗੱਲ ਹੋਈ ਸਾਡੀ, ਉਹਨਾਂ ਨੇ ਕਿਹਾ ਕਿ 24 ਕਰੋੜ ਇਹਨਾਂ ਜ਼ਮੀਨ ਦਾ ਆਉਣਾ ਸੀ, 16 ਕਰੋੜ ਵਾਲੇ ਬੈਂਕ ਵਾਲੇ ਮੈਨੂੰ ਇਸ ਚੀਜ਼ ਲਈ ਕਰਜ਼ਾ ਦੇਣ ਲਈ ਤਿਆਰ ਸੀ, 40 ਕਰੋੜ ਜਿਹੜਾ ਆ ਜਾਣਾ ਸੀ, 30-32 ਕਰੋੜ ਸੀ ਉਹ ਅਸੀਂ ਔਖੇ ਸੌਖੇ ਜਿਹੜਾ ਸੀ ਉਤਾਰ ਦਿੰਦੇ, ਲੇਕਿਨ ਸਰਕਾਰ ਨੇ ਸਾਨੂੰ ਇਹ ਸਭ ਕੁਝ ਕਰ ਨਹੀਂ ਦਿੱਤਾ। ਇਸ ਕਰਕੇ ਮੈਂ ਜਿਹੜਾ ਇੰਗਲੈਂਡ ਆਇਆ। ਦੇਖੋ ਇਹ ਜਿਹੜੀ ਉਹਦੀ ਕੁਛ ਹੱਦ ਤੱਕ ਗੱਲ ਇਹ ਠੀਕ ਹੈ, ਕਿਹੜਾ 24 ਕਰੋੜ ਫਤਿਆਬਾਦ ਵਾਲਾ ਉਹ ਆ ਜਾਣਾ ਸੀ, ਜੋ ਸੁਖਵੀਰ ਸੰਦਰ ਕਹਿ ਰਿਹਾ ਜਿਹੜਾ ਇਹਦਾ ਮਾਲਕ ਹੈ ਮਿਲ ਦਾ, ਉਹ ਸਰਕਾਰ ਨੇ ਇਹ ਪੇਚ ਵਸਾਇਆ ਜਾਣਬੁੱਝ ਕੇ, ਇੱਕ ਲੈਟਰ ਕੱਢ ਕੇ ਕਿ ਇਹਦੀ ਖੁੱਲੀ ਬੋਲੀ ਕੀਤੀ ਜਾਵੇ, ਜਦ ਕਿ ਸਰਕਾਰ ਨੂੰ ਪਤਾ ਸੀ ਵੀ ਇਹਦਾ ਬਿਆਨਾ ਹੋ ਚੁੱਕਾ ਹੈ। ਫਿਰ ਬਿਆਨਾ ਹੋਣ ਤੋਂ ਬਾਅਦ ਲੈਟਰ ਕੱਢਣਾ, ਕਿਉਂਕਿ ਜਿਹਨੇ 6 ਕਰੋੜ ਬਿਆਨਾ ਦਿੱਤਾ ਉਹ ਕਿਵੇਂ ਇਹਨੂੰ ਹਜਮ ਕਰੇਗਾ, ਉਹ ਕੋਰਟ 'ਚ ਕਿਉਂ ਨਹੀਂ ਜਾਏਗਾ। ਸੋ ਇਹ ਸਰਕਾਰ ਦੀ ਨਲਾਇਕੀ ਕਰਕੇ ਸਾਰਾ ਕੁਝ ਹੋਇਆ। ਬਾਕੀ ਜਿਹੜੀ ਗੱਲ ਉਹਦੀ ਹੈ ਸੁਖਵੀਰ ਸੰਦਰ ਦੀ, ਉਹਨੂੰ 3 ਸਾਲ ਹੋ ਗਏ ਲਾਰਾ ਲਾਉਂਦਿਆਂ ਨੂੰ, ਔਰ ਅਸੀਂ ਇਸ ਗੱਲ ਨੂੰ ਮੰਨਦੇ ਰਹੇ ਕਿ ਸਾਡੇ ਏਰੀਆ ਦੀ ਮਿਲ ਚੱਲਦੀ ਰਹੇ, ਪਰ ਅਸੀਂ ਜਿੰਨਾ ਕਿਸਾਨਾਂ ਨੇ ਕੋਆਪਰੇਟ ਕੀਤਾ ਉਹਨਾਂ ਦੇ ਨਾਲ, ਜਿੰਨਾ ਉਹਦਾ ਸਾਥ ਦਿੱਤਾ, ਹੁਣ ਸਾਡਾ ਸਾਥ ਨਹੀਂ ਦਿੱਤਾ, ਉਹ ਭੱਜ ਗਿਆ ਬਾਹਰ ਨੂੰ। ਮੈਂ ਇਹ ਕਹਾਂਗਾ ਉਹਨੇ ਜੇ 24 ਕਰੋੜ ਆ ਵੀ ਜਾਂਦਾ, 48 ਕਰੋੜ ਦਾ ਕੀ ਸ਼ਡਿਊਲ ਹੈ ਉਹਦੇ ਕੋਲ। ਅਸੀਂ ਤਾਂ ਅੱਜ ਸਰਕਾਰ ਨੂੰ ਕਹਿੰਦੇ ਆ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ, ਅਸੀਂ ਸਰਕਾਰ ਤੋਂ ਲੈਣੇ ਆ। ਸਰਕਾਰ ਨੇ ਕਿਹਾ ਵੀ ਹੈ ਕਿ ਅਸੀਂ ਕਬਜ਼ੇ 'ਚ ਲਵਾਂਗੇ, ਮਿਲਣਾ ਤਾਂ ਅਸੀਂ ਪੈਸੇ ਦੇਵਾਂਗੇ, ਦੇਵੇ ਸਰਕਾਰ। ਹੁਣ ਕਿਉਂ ਤੋਂ ਭੱਜ ਰਹੀ ਹੈ? ਸੋ ਇਹ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰ ਰਹੇ ਆ, ਮਿਲ ਮਾਲਕ ਸਰਕਾਰ ਤੇ ਸਰਕਾਰ ਉਹ ਤੇ। ਸਾਨੂੰ ਇਹ ਸਾਰੀ ਮਿਲੀ ਭੁਗਤ ਨਜ਼ਰ ਆਉਂਦੀ ਹੈ। ਇਹ ਸਰਕਾਰ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਇੱਥੋਂ ਭੱਜਿਆ। ਜਦ ਅਸੀਂ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਕਿ ਉਹਦਾ ਪਾਸਪੋਰਟ ਜਮ੍ਹਾਂ ਕਰਾਓ, ਬਹੁਤ ਵਾਰ ਕਹਿ ਚੁੱਕੇ ਜਾ ਕੇ, ਤੇ ਉਹਦਾ ਪਾਸਪੋਰਟ ਕਿਉਂ ਨਹੀਂ ਜਮ੍ਹਾਂ ਕਰਾਇਆ, ਕਿਉਂ ਉਹ ਭੱਜਿਆ, ਕਿਉਂ ਇੰਗਲੈਂਡ ਗਿਆ? ਫਿਰ ਇਹਦਾ ਮੰਨ ਲਓ ਸਰਕਾਰ ਇਹਦੇ ਵਿੱਚ ਸ਼ਾਮਲ ਹੈ, ਸਰਕਾਰ ਦੀ ਮਿਲੀ ਭੁਗਤ ਦੇ ਨਾਲੋਂ ਬਾਹਰ ਗਿਆ। ਅੱਜ ਸਰਕਾਰ ਉਹ ਤੇ ਦੂਸ਼ਣਬਾਜ਼ੀ ਕਰ ਰਹੀ ਪਈ, ਭੱਜ ਗਿਆ, ਔਰ ਉਹ ਜਿਹੜਾ ਆ ਸਰਕਾਰ ਤੇ ਦੂਸ਼ਣਬਾਜ਼ੀ ਕਰ ਰਿਹਾ। ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡਾ ਪੈਸਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। 72 ਕਰੋੜ ਰੁਪਈਆ ਸਾਡਾ ਸਰਕਾਰ ਚਾਹੇ ਕੋਲੋਂ ਦੇਵੇ ਚਾਹੇ ਕਿਤੇ ਉਹ ਦਵਾਵੇ, ਪਰ ਸਾਡੇ ਖਾਤਿਆਂ 'ਚ 72 ਕਰੋੜ ਸਾਡਾ ਜਿਹੜਾ ਗੰਨਾ ਵੇਚਿਆ ਹੋਇਆ ਉਹਦੇ ਪੈਸੇ ਆਉਣੇ ਚਾਹੀਦੇ ਨੇ। ਮੰਤਰੀ 4.5 ਘੰਟੇ ਸਾਡੀਆਂ 31 ਜਥੇਬੰਦੀਆਂ ਦੀ, ਉੱਦੇ ਸਾਡਾ 600 ਕਰੋੜ ਰੁਪਏ ਰਹਿੰਦੀ ਪ੍ਰਾਈਵੇਟ ਬੈਂਕਾਂ ਕੰਨੀ ਤੇ ਮਤਲਬ ਮਿਲਾਂ ਕੰਨੀ ਤੇ ਸਰਕਾਰੀ ਕੰਨੀ। ਉਹਦੇ ਸਾਡੇ ਨਾਲ ਵਾਅਦਾ ਕਰਿਆ ਸੀ ਕਿ ਵੀ 300 ਕਰੋੜ ਰੁਪਏ ਮੈਂ 6 ਦੀ ਪਵਾ ਦੂੰਗਾ, ਪਰ ਹਜੇ 200 ਕਰੋੜ ਰੁਪਏ ਕੱਲਾ ਇਹ ਨਹੀਂ ਹੈਗਾ ਵੀ ਸਰਕਾਰੀ ਮਿਲਣ ਦਾ। ਅਸੀਂ ਪ੍ਰਾਈਵੇਟਾਂ ਦਾ ਵੀ ਕਹਿੰਦੇ ਆ, ਅਸੀਂ ਸਰਕਾਰੀ ਦਾ ਵੀ ਕਹਿੰਦੇ ਆ। ਅਸੀਂ ਕਿਸੇ ਤੋਂ ਖਰਾਇਤ ਨਹੀਂ ਮੰਗਦੇ ਵੀ ਸਾਨੂੰ ਕੋਈ ਦੇਵੇ। ਅਸੀਂ ਗੰਨਾ ਦਿੱਤਾ, ਠੀਕ ਹੈ ਨਾ, ਗੰਨਾ ਸਿੱਟਿਆ, ਕਿਸਾਨ ਖੁਦਕਸ਼ੀਆਂ ਕਰੀ ਜਾਂਦੇ। ਸਰਕਾਰ ਦੀ ਜ਼ਿੰਮੇਵਾਰੀ ਹੈ, ਚਾਹੇ ਗੰਨਾ ਅਸੀਂ ਪ੍ਰਾਈਵੇਟ ਨੂੰ ਦੇਤਾ ਚਾਹੇ ਸਰਕਾਰੀ ਨੂੰ ਦਿੱਤਾ, ਸਰਕਾਰ ਦੀ ਜ਼ਿੰਮੇਵਾਰੀ ਹੈ ਮਤਲਬ ਸਾਡੇ ਪੈਸੇ ਦਬਾਉਣਾ। ਤੇ ਨਾ ਦਬਾਊਗੀ ਤਾਂ ਅਸੀਂ 25 ਤਰੀਕ ਨੂੰ ਕਰ ਕਰਾਂਗੇ ਤੇ ਜੱਜ ਕੇ। ਪਹਿਲਾਂ ਅੰਦੋਲਨ ਦਬਾਬੇ ਵਾਲਿਆਂ ਨੇ, ਮਾਲਵੇ ਵਾਲਿਆਂ ਨੇ, ਇੱਧਰ ਇਹਨਾਂ ਨੇ ਛੇੜਿਆ ਸੀ, ਮਾਝੇ ਵਾਲਿਆਂ ਨੇ ਛੇੜਿਆ ਸੀਗਾ। ਅੱਜ ਇਹ ਅੰਦੋਲਨ 31 ਜਥੇਬੰਦੀਆਂ ਨੇ ਆਪਣੇ ਹੱਥ 'ਚ ਲੈ ਲਿਆ। ਸਰਕਾਰ ਇਹ ਕਿਹੜੇ ਤਰੀਕੇ ਨਾਲ ਚੱਲਦੀ ਹੈ ਉਹਦੇ ਨਾਲ ਗਾਹਾਂ ਦੇਖਾਂਗੇ। ਬਿਲਕੁਲ ਨਹੀਂ, ਸਾਰੇ ਪੈਸੇ ਲੈ ਕੇ ਸਰਕਾਰ ਦਾ ਖਹਿੜਾ ਛੱਡਾਂਗੇ। ਇਕੱਲਾ ਇੱਕ ਮਿਲ ਦਾ ਸੰਬੰਧ ਨਹੀਂ ਹੈਗਾ ਵੀ ਇੱਕ ਨਾਲ ਛੱਡ ਦਾਂਗੇ। ਫੈਸਲਾ ਅਸੀਂ ਆਪਦੇ ਹੱਥ 'ਚ ਲੈ ਲਿਆ ਸੀ। ਸਪੈਸ਼ਲ ਤੌਰ 'ਤੇ ਅਸੀਂ ਜਾਈਆਂ ਸਾਰੀਆਂ ਜਥੇਬੰਦੀਆਂ ਇੱਥੇ ਮੀਟਿੰਗ ਕੀਤੀ ਹੈ। ਜੇ ਤਾਂ ਕਿਸੇ ਉਧਾਰ ਮੰਗਦੇ ਹੋਈਏ ਵੀ ਸਾਨੂੰ ਸਰਕਾਰ ਦੇ, ਉਹ ਸਾਡੇ ਗੰਨੇ ਦੇ ਪੈਸੇ ਨੇ। ਦੁਕਾਨ ਤੋਂ ਕੋਈ ਦੁਕਾਨਦਾਰ ਥੱਲੇ ਨਹੀਂ ਉਤਰਨ ਦਾ, ਗਾਹਕ ਨੂੰ ਪਹਿਲਾਂ ਮੇਰੇ ਪੈਸੇ ਦੇ। ਮਤਲਬ ਜੇ ਲਿਹਾਜ਼ ਵੀ ਕਰਦਾ 6 ਮਹੀਨਿਆਂ ਦੀ ਕਰਦਾ ਹੁੰਦਾ, ਇਹਨੂੰ 3 ਸਾਲ ਹੋ ਗਏ। ਇਹ ਕਾਹਦੀ ਲਿਆ ਜਾਏਗੀ? ਮਤਲਬ ਸਰਕਾਰ ਨੂੰ, ਭਗਵੰਤ ਸਰਕਾਰ ਨੂੰ ਲੋਕਾਂ ਨੇ ਉਹਦੇ 92 MLA ਜਿਤਾਏ ਨੇ, ਚੇਤਾਵਨੀ ਦਿੰਦੇ ਆ। ਇੱਕ ਥਾਂ ਦੇ ਰੌਲਾ ਚੱਲਦਾ ਹੈ, ਯੂਨੀਵਰਸਿਟੀ ਦੇ ਵਿੱਚ ਮੁੰਡੇ ਬੈਠੇ ਨੇ, ਅੱਜ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਮਤਲਬ ਦਾ। ਉੱਥੇ ਭਾਰਤੀ ਘੱਟੋ ਘੱਟ 70% ਖੇਤੀਬਾੜੀ ਅਫਸਰਾਂ ਦੀਆਂ ਸੀਟਾਂ ਖਾਲੀ ਪਈਆਂ, ਉੱਥੇ ਭਰਤੀ ਨਹੀਂ ਕਰ ਰਹੇ। ਉਹ ਮੁੰਡੇ ਮਤਲਬ ਕੋਈ ਭੁੱਖ ਹੜਤਾਲ ਤੇ ਕਹਿੰਦੇ ਨੇ, ਕਹਿੰਦੇ ਮਰਨ ਵਰਤੇ ਬੈਠੇ। ਮੈਂ ਰੋਕਿਆ, ਮਤਲਬ ਮੈਂ ਮਰਨ ਤੇ ਬੈਠੋ, ਆਪਾਂ ਲੜਨ ਵਰਤੇ ਬੈਠਾਂਗੇ, ਮਰਨ ਵਰਤੇ ਕਦੇ ਨਹੀਂ ਬੈਠਣਾ। ਉੱਥੇ ਜੇ ਕੋਈ ਰੱਖਣਾ ਅੱਜ ਉਹ ਵੀ ਬਾਹਰੋਂ ਲਿਆ ਕੇ, ਹਾਂ ਬਾਹਰੋਂ ਲਿਆ ਕੇ ਬੰਦਾ ਰੱਖਦੇ ਨੇ, ਜਿਹੜਾ ਪਹਿਲਾਂ ਵੀ ਕਰਪਟ ਹੈ ਉਹਨੂੰ ਉੱਥੋਂ ਲਾਉਂਦੇ ਨੇ ਵੱਡਾ ਅਫਸਰ। ਅਸੀਂ ਉਹਦੀ ਵੀ ਨਿੰਦਾ ਕਰਦੇ, ਨਹੀਂ ਲਾਉਣਾ ਚਾਹੀਦਾ। ਮੋਰਚਾ ਪੰਜਾਬ ਨੇ ਮੀਟਿੰਗ ਕੀਤੀ ਹੈ। ਪਹਿਲਾਂ ਵੀ ਜਿਹੜਾ ਇਹ ਧਰਨਾ ਜਦੋਂ ਸ਼ੁਰੂ ਕੀਤਾ ਸੀਗਾ 31 ਜਥੇਬੰਦੀਆਂ ਦੇ ਫੈਸਲੇ ਅਨੁਸਾਰ ਹੀ ਹੋਇਆ ਸੀਗਾ, ਪਰ ਸਰਕਾਰ ਟਸ ਤੋਂ ਮੱਛ ਨਹੀਂ ਹੋ ਰਹੀ। ਪਹਿਲਾਂ ਸਾਡੀ ਜਿਹੜਾ ਖਜ਼ਾਨਾ ਮੰਤਰੀ ਹੈ ਚੀਮਾ, ਉਹਦੇ ਨਾਲ ਜਲੰਧਰ ਦੇ ਵਿੱਚ ਮੀਟਿੰਗ ਹੋਈ 31 ਜਥੇਬੰਦੀਆਂ ਦੀ।
ਉਹ ਮੀਟਿੰਗ ਦੇ ਵਿੱਚ ਉਹਨੇ ਭਰੋਸਾ ਦਿਵਾਇਆ ਕਿ ਮੈਂ ਛੇਤੀ ਸੀਐਮ ਨਾਲ ਮੀਟਿੰਗ ਕਰਕੇ ਟੋਟਲ ਗੰਨੇ ਦਾ ਬਕਾਇਆ ਜੋ ਰਹਿੰਦਾ ਉਹ ਛੇਤੀ ਅਸੀਂ ਪਾ ਦਿਆਂਗੇ। ਕੁਛ ਨਹੀਂ ਹੋਇਆ ਉਦੋਂ ਬਾਅਦ। ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਖੇਤੀਬਾੜੀ ਮੰਤਰੀ ਦੇ ਨਾਲ ਮੋਹਾਲੀ ਦੇ ਵਿੱਚ। ਮੋਹਾਲੀ ਦੇ ਵਿੱਚ ਵੀ ਉਹਨਾਂ ਨੇ ਇਹੀ ਵਿਸ਼ਵਾਸ ਦਿਵਾਇਆ ਕਿ ਜਿਹੜਾ ਗੰਨੇ ਦਾ ਬਕਾਇਆ ਹੈ ਅਸੀਂ ਛੇਤੀ ਹੀ ਮਤਲਬ ਸਾਰੇ ਦਾ ਸਾਰਾ ਉਹਦਾ ਭੁਗਤਾਨ ਕਰਨ ਜਾ ਰਹੇ ਹਾਂ, ਤੁਸੀਂ ਕਾਹਲ ਨਾ ਕਰੋ, ਧਰਨੇ ਮੁਜ਼ਾਹਰੇ ਨਾ ਕਰੋ। ਪਰ ਪਰਨਾਲਾ ਥਾਂ ਦੀ ਥਾਂ ਰਿਹਾ। ਸਾਨੂੰ ਮਜਬੂਰੀ ਬਸ ਇਹ ਜਿਹੜਾ ਮੋਰਚਾ ਇੱਥੇ ਲਾਉਣਾ ਪੈ ਰਿਹਾ। ਅੱਜ 8 ਤਰੀਕ ਤੋਂ ਬੈਠੇ ਆ, ਕੋਈ ਬਾਤ ਸੁਣਨ ਨੂੰ ਤਿਆਰ ਨਹੀਂ ਹੈ। ਅੱਜ ਫੇਰ ਸਾਨੂੰ ਇਹ ਮੀਟਿੰਗ ਕਰਕੇ ਫੈਸਲਾ ਲੈਣਾ ਪਿਆ। ਅਗਰ ਪੰਜਾਬ ਸਰਕਾਰ ਇਹ ਜਿਹੜਾ ਫਗਵਾੜਾ ਮਿੱਲ ਦਾ 72 ਕਰੋੜ ਦਾ ਜਿਹੜਾ ਬਕਾਇਆ ਉਹ ਕਹਿ ਰਹੀ ਹੈ ਕਿ ਇਹਦੀ ਪ੍ਰਾਪਰਟੀ ਵੇਚ ਕੇ ਅਸੀਂ ਦੇਵਾਂਗੇ, ਪ੍ਰਾਪਰਟੀ ਉਹਦੀ ਵੇਚਣ ਸਰਕਾਰ ਆਪਦੇ ਹੱਥਾਂ 'ਚ ਲਵੇ, ਇਹ ਕਿਸਾਨਾਂ ਦਾ ਕੰਮ ਨਹੀਂ ਹੈ। ਕਿਸਾਨਾਂ ਦਾ ਕੰਮ ਹੈ, ਕਿਸਾਨਾਂ ਨੇ ਮਿੱਲ ਨੂੰ ਗੰਨਾ ਦਿੱਤਾ ਤੇ ਗੰਨਾ ਜੇ ਫਗਵਾੜਾ ਮਿੱਲ ਨਹੀਂ ਉਹਦੀ ਪੇਮੈਂਟ ਕਰਦੀ ਤਾਂ ਪੰਜਾਬ ਸਰਕਾਰ ਕਰੇ। ਹੁਣ ਅਸੀਂ ਇਹਨਾਂ ਨੂੰ ਅਲਟੀਮੇਟਮ ਦੇਣ ਜਾ ਰਹੇ ਹਾਂ 25 ਤਰੀਕ ਤੱਕ ਦਾ। ਅਗਰ 25 ਤਰੀਕ ਤੱਕ ਇਹ ਗੰਨੇ ਦੇ ਬਕਾਏ ਦਾ ਫਗਵਾੜਾ ਮਿੱਲ ਦਾ ਸਾਰਾ ਤੇ ਨਾਲ ਪ੍ਰਾਈਵੇਟ ਮਿੱਲਾਂ ਦਾ ਇਹ ਨਹੀਂ ਕਰਨਗੀਆਂ ਤਾਂ 25 ਤਰੀਕ ਨੂੰ ਵੱਡਾ ਪੰਜਾਬ ਪੱਧਰ ਦਾ ਇੱਥੇ ਅਸੀਂ ਇਕੱਠ ਕਰਾਂਗੇ। 25 ਅਗਸਤ ਨੂੰ ਵੱਡਾ ਅਸੀਂ ਇਕੱਠ ਕਰਾਂਗੇ। ਉਹ ਇਕੱਠ ਦੇ ਵਿੱਚ ਨਾਲ ਅਸੀਂ ਮੀਟਿੰਗ ਕਰਾਂਗੇ। ਮੀਟਿੰਗ ਕਰਕੇ ਅਗਲੇ ਤਿੱਖੇ ਪ੍ਰੋਗਰਾਮ ਦਾ ਵੀ ਅਸੀਂ ਫੈਸਲਾ ਦੇਵਾਂਗੇ। ਪਰ ਨਾਲ ਦੀ ਨਾਲ ਲਖੀਮਪੁਰ ਖੀਰੀ ਦੇ ਵਿੱਚ ਜੋ ਅਜੇ ਮਿਸ਼ਰਾ ਰਾਜ ਗ੍ਰਹਿ ਮੰਤਰੀ ਜਿਹਦੇ ਲੜਕੇ ਨੇ ਮਤਲਬ ਸਾਡੇ 4 ਕਿਸਾਨਾਂ ਨੂੰ ਦਰੜਿਆ, ਇੱਕ ਪੱਤਰਕਾਰ ਭਾਈਚਾਰੇ ਨੂੰ ਦਰੜਿਆ, 5 ਸ਼ਹੀਦ ਕੀਤੇ ਆ ਤੇ ਉਹਨਾਂ ਦੀ ਮਤਲਬ ਜਿਹੜਾ ਮਿਸ਼ਰੇ ਦੀ ਕਿ ਉਹ ਤੁਰੰਤ ਮਤਲਬ ਉਹਨੂੰ ਅਹੁਦੇ ਤੋਂ ਖਾਰਜ ਕਰਕੇ 120 ਦੇ ਤਹਿਤ ਉਹਦੇ ਤੇ ਪਰਚਾ ਦਰਜ ਹੋਇਆ, ਉਹਨੂੰ ਤੁਰੰਤ ਗ੍ਰਿਫਤਾਰ ਕਰਨ। ਅਗਰ ਨਾ ਕਰਨਗੇ ਤਾਂ ਅਸੀਂ 17 ਤਰੀਕ ਨੂੰ 10,000 ਦਾ ਜੱਥਾ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਬੈਠੀਆਂ ਅਸੀਂ ਰਵਾਨਾ ਕਰ ਰਹੇ ਹਾਂ ਲਖੀਮਪੁਰ ਖੀਰੀ ਨੂੰ। ਪਰ ਨਾਲ ਦੀ ਨਾਲ ਜਿਹੜਾ ਫਗਵਾੜਾ ਵਾਲਾ ਮੋਰਚਾ ਹੈ ਇਹ ਜਿਉਂ ਦੀ ਤਿਉਂ ਚੱਲੂਗਾ, ਜਿਵੇਂ ਅਸੀਂ ਪਹਿਲਾਂ ਚਲਾਇਆ ਜਦੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਸੀ। ਦਿੱਲੀ ਦੇ ਬਾਰਡਰਾਂ ਤੇ ਵੀ ਬੈਠੇ ਸੀ, ਪੰਜਾਬ ਦੇ ਵਿੱਚ 125 ਮੋਰਚੇ ਵੀ ਜਿਉਂ ਦੀ ਤਿਉਂ ਚੱਲਦੇ ਸੀ। ਉਸੇ ਤਰਜ਼ ਤੇ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਵੀ ਮੋਰਚਾ ਲਾਵਾਂਗੇ ਤੇ ਜਿਹੜਾ ਫਗਵਾੜੇ ਵਾਲਾ ਮੋਰਚਾ ਉਹ ਵੀ ਜਿਉਂ ਦੀ ਤਿਉਂ ਚੱਲਦਾ ਰਹੂਗਾ। ਲਖੀਮਪੁਰ ਖੀਰੀ ਤੋਂ ਆ ਕੇ 25 ਤਰੀਕ ਨੂੰ ਵੱਡਾ ਇਕੱਠ ਕਰਕੇ 25 ਤੱਕ ਦਾ ਅਲਟੀਮੇਟਮ ਦਿੰਦੇ